ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੁਧਿਆਣੇ ਦੇ ਇੱਕ ਫੈਕਟਰੀ ਮਾਲਕ ਨੇ ਇੱਕ ਗੁਰਸਿੱਖ ਲੜਕੇ ਦੇ ਨਾਲ ਅਜਿਹਾ ਕੀ ਕਰ ਦਿੱਤਾ ਕਿ ਉਸ ਗੁਰਸਿੱਖ ਲੜਕੇ ਨੇ ਲੁਧਿਆਣੇ ਦੀਆਂ ਸਾਰੀਆਂ ਹੀ ਫੈਕਟਰੀਆਂ ਰੋਕ ਦਿੱਤੀਆਂ। ਐਸੇ ਗੁਰਸਿੱਖ ਦੀ ਇੰਨੀ ਪਾਵਰ ਵੇਖ ਕੇ ਸਰਕਾਰ ਵੀ ਕੁਝ ਨਹੀਂ ਕਰ ਸਕੀ। ਅਜਿਹਾ ਕਾਰਨਾਮਾ ਕਿ ਅਮਰੀਕਾ ਦੇ ਬੰਦਿਆਂ ਨੂੰ ਵੀ ਪੰਜਾਬ ਆਉਣਾ ਪਿਆ। ਅਜਿਹਾ ਕੀ ਹੋਇਆ ਸਿੱਖ ਨੌਜਵਾਨ ਦੇ ਨਾਲ ਕਿ ਸਿੱਖਾਂ ਦੇ ਵਿੱਚ ਰੋਸ ਦੀ ਲਹਿਰ ਹੈ। ਜਾਣੋ ਅੱਜ ਦੀ ਇਸ ਵੀਡੀਓ ਦੇ ਵਿੱਚ। ਗੱਲ ਹੈ ਲੁਧਿਆਣਾ ਸ਼ਹਿਰ ਦੀ, ਜੋ ਪੰਜਾਬ ਦੀ ਇੰਡਸਟਰੀ ਦਾ ਗੜ੍ਹ ਮੰਨਿਆ ਜਾਂਦਾ ਹੈ। ਜਿੰਨਾ ਕਾਰੋਬਾਰ ਦੇ ਵਿੱਚ ਪੈਸਾ ਲੁਧਿਆਣੇ ਦੇ ਵਿੱਚ ਹੈ, ਹੋਰ ਕਿਤੇ ਵੀ ਨਹੀਂ ਹੈ। ਅਮੀਰ ਤੋਂ ਅਮੀਰ ਆਦਮੀ, ਉੱਚੀ ਤੋਂ ਉੱਚੀ ਕੋਠੀ ਇਸ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲਦੀ ਹੈ। ਪਰ ਪੈਸੇ ਦੇ ਨਾਲ ਨਾਲ ਹੰਕਾਰ ਵੀ ਬੰਦੇ ਦੇ ਵਿੱਚ ਜ਼ਰੂਰ ਹੀ ਆ ਜਾਂਦਾ ਹੈ। ਐਸੇ ਹੀ ਪੈਸੇ ਦੇ ਵਿੱਚ ਮਗਰੂਰ ਲੋਕ ਦੂਜੇ ਦੀ ਇੱਜ਼ਤ ਨੂੰ ਇੱਜ਼ਤ ਨਹੀਂ ਸਮਝਦੇ। ਉਹਨਾਂ ਦੇ ਲਈ ਤਾਂ ਬਸ ਪੈਸਾ ਹੀ ਪ੍ਰਧਾਨ ਹੁੰਦਾ ਹੈ। ਜਤਿੰਦਰ ਸਿੰਘ ਲੁਧਿਆਣਾ ਗਿੱਲ ਰੋਡ ਦੇ ਵਸਨੀਕ ਲੁਧਿਆਣਾ ਦੀ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ। ਜਤਿੰਦਰ ਸਿੰਘ ਜੋ ਕਿ ਇੱਕ ਗੁਰਸਿੱਖ ਅੰਮ੍ਰਿਤਧਾਰੀ ਸਿੱਖ ਹਨ, ਉਹ ਇਸ ਫੈਕਟਰੀ ਦੇ ਵਿੱਚ ਪਿਛਲੇ 15 ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ। ਇੱਕ ਉੱਚਾ ਸੁੱਚਾ ਗੁਰਸਿੱਖ ਹੋਣ ਦੇ ਨਾਲ ਉਹਨਾਂ ਦੀ ਫੈਕਟਰੀ ਦੇ ਵਿੱਚ ਕਾਫੀ ਜ਼ਿਆਦਾ ਇੱਜ਼ਤ ਅਤੇ ਸਤਿਕਾਰ ਹੈ। ਫੈਕਟਰੀ ਦਾ ਮਾਲਕ ਵੀ ਜਤਿੰਦਰ ਸਿੰਘ ਦੀ ਕਾਫੀ ਇੱਜ਼ਤ ਕਰਦਾ ਸੀ, ਪਰ ਪਿਛਲੇ ਸਾਲ ਫੈਕਟਰੀ ਦੇ ਮਾਲਕ ਦੀ ਮੌਤ ਹੋ ਗਈ ਤੇ ਉਸ ਦਾ ਮੁੰਡਾ ਫੈਕਟਰੀ ਦੇ ਵਿੱਚ ਬੈਠਣ ਲੱਗਾ। ਦੱਸਿਆ ਜਾਂਦਾ ਹੈ ਕਿ ਮਾਲਕ ਦਾ ਇੱਕ ਮੁੰਡਾ ਸੁਮਿਤ ਐਸ਼ਪ੍ਰਸਤੀ ਵਾਲਾ ਮੁੰਡਾ ਸੀ ਅਤੇ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਅਚਾਨਕ ਹੀ ਕੰਮ ਸਾਂਭਣਾ ਪੈ ਗਿਆ ਅਤੇ ਉਹ ਆਪਣੀ ਮਰਜ਼ੀ ਦੇ ਨਾਲ ਹੀ ਕੰਮ ਕਰਵਾਉਣ ਲੱਗਿਆ। ਫੈਕਟਰੀ ਦਿਨੋਂ ਦਿਨ ਘਾਟੇ ਦੇ ਵਿੱਚ ਜਾਣੀ ਸ਼ੁਰੂ ਹੋ ਗਈ ਕਿਉਂਕਿ ਉਹ ਕਿਸੇ ਦੀ ਵੀ ਨਹੀਂ ਸੁਣਦਾ ਸੀ। ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਉਸ ਨੂੰ ਕਿਸੇ ਦੇ ਨਾਲ ਵੀ ਬੋਲਣ ਦੀ ਤਮੀਜ਼ ਨਹੀਂ ਸੀ। ਉਹ ਕਿਸੇ ਨੂੰ ਵੱਡਾ ਛੋਟਾ ਵੀ ਨਹੀਂ ਦੇਖਦਾ ਸੀ। ਜਿੰਨੀ ਇੱਜ਼ਤ ਅਤੇ ਸਤਿਕਾਰ ਉਸਦੇ ਪਿਤਾ ਨੇ ਕਮਾਇਆ ਸੀ, ਉਨੀ ਹੀ ਬਦਨਾਮੀ ਉਸਦੇ ਮੁੰਡੇ ਨੇ ਖੱਟੀ। ਇਸੇ ਤਰ੍ਹਾਂ ਇੱਕ ਦਿਨ ਜਤਿੰਦਰ ਸਿੰਘ ਕਿਸੇ ਮਾਮਲੇ ਕਾਰਨ ਉਹ ਆਪਣੇ ਕੰਮ ਦੇ ਉੱਪਰ ਲੇਟ ਪਹੁੰਚਿਆ। ਜਤਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਘਰ ਚੋਰੀ ਹੋ ਗਈ ਹੈ ਤੇ ਉਸਨੇ ਜਿੰਨੀ ਵੀ ਕਮਾਈ ਕੀਤੀ ਹੈ ਉਹ ਚੋਰੀ ਹੋ ਗਈ ਹੈ, ਜਿਸ ਦੇ ਚੱਲਦਿਆਂ ਉਹ ਕੰਮ ਦੇ ਉੱਤੇ ਲੇਟ ਪਹੁੰਚਿਆ। ਜਦੋਂ ਮਾਲਿਕ ਸੁਮਿਤ ਨੇ ਪੁੱਛਿਆ ਤਾਂ ਜਤਿੰਦਰ ਨੇ ਸਾਰੀ ਗੱਲ ਦੱਸੀ। ਸੁਮਿਤ ਨੇ ਜਤਿੰਦਰ ਸਿੰਘ ਨੂੰ ਪਾਗਲਾਂ ਦੇ ਵਾਂਗ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਫੈਕਟਰੀ ਦੇ ਸਾਰੇ ਕਾਮਿਆਂ ਦੇ ਸਾਹਮਣੇ ਉਸਨੇ ਜਤਿੰਦਰ ਸਿੰਘ ਨੂੰ ਗੰਦੀਆਂ ਗਾਲਾਂ ਦਿੱਤੀਆਂ ਅਤੇ ਉਸਦੀ ਦਾੜੀ ਦੀ ਵੀ ਬੇਅਦਬੀ ਕੀਤੀ। ਇਸ ਦੇ ਨਾਲ ਫੈਕਟਰੀ ਦੇ ਵਿੱਚ ਉਸ ਦੀ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਹੋਈ ਅਤੇ ਉਸ ਨੂੰ ਕੰਮ ਤੋਂ ਕੱਢਣ ਦੀ ਵੀ ਧਮਕੀ ਦਿੱਤੀ ਗਈ। ਜਤਿੰਦਰ ਸਿੰਘ ਅੱਜ ਤੱਕ ਗੁਰਸਿੱਖੀ ਦੇ ਵਿੱਚ ਉੱਚਾ ਸੁੱਚਾ ਜੀਵਨ ਜਿਉਂਦਾ ਆਇਆ ਸੀ ਅਤੇ ਉਸ ਦੇ ਕੋਲੋਂ ਆਪਣੀ ਬੇਇੱਜ਼ਤੀ ਸਹਿ ਨਹੀਂ ਹੋਈ। ਇਸ ਨਾਲ ਉਸ ਨੂੰ ਇਹ ਵੀ ਲੱਗਿਆ ਕਿ ਮਾਲਿਕ ਤਾਂ ਪੈਸੇ ਵਾਲੇ ਨੇ, ਸਾਡੀ ਕੌਣ ਸੁਣੇਗਾ। ਇਸੇ ਨਮੋਸ਼ੀ ਦੇ ਵਿੱਚ ਜਤਿੰਦਰ ਸਿੰਘ ਨਹਿਰ ਦੇ ਵੱਲ ਮਰਨ ਦੇ ਲਈ ਚਲਾ ਗਿਆ ਕਿਉਂਕਿ ਹੁਣ ਉਹ ਕਿਸ ਮੂੰਹ ਦੇ ਨਾਲ ਉਸ ਫੈਕਟਰੀ ਦੇ ਵਿੱਚ ਜਾਂਦਾ। ਨਹਿਰ ਦੇ ਉੱਤੇ ਖੜਾ ਹੋ ਕੇ ਉਸਨੇ ਕੁਝ ਸਮਾਂ ਸੋਚਿਆ। ਉਸੇ ਨਹਿਰ ਦੇ ਕੰਢੇ ਤੇ ਇੱਕ ਗੁਰਸਿੱਖ ਰਹਿਰਾਸ ਸਾਹਿਬ ਜੀ ਦਾ ਪਾਠ ਕਰ ਰਿਹਾ ਸੀ। ਉਸ ਗੁਰਸਿੱਖ ਨੇ ਦੇਖਿਆ ਕਿ ਜਤਿੰਦਰ ਸਿੰਘ ਹੁਣ ਨਹਿਰ ਦੇ ਵਿੱਚ ਛਾਲ ਮਾਰਨ ਵਾਲਾ ਹੈ ਅਤੇ ਉਸਨੇ ਗੁਰਸਿੱਖ ਨੇ ਦੌੜ ਕੇ ਉਸ ਜਤਿੰਦਰ ਸਿੰਘ ਦੀ ਬਾਂਹ ਫੜ ਲਈ ਅਤੇ ਉਸ ਦੇ ਮੂੰਹ ਤੇ ਥੱਪੜ ਮਾਰਿਆ। ਉਸ ਗੁਰਸਿੱਖ ਨੇ ਜਤਿੰਦਰ ਸਿੰਘ ਨੂੰ ਕਿਹਾ ਕਿ ਤੂੰ ਅੰਮ੍ਰਿਤਧਾਰੀ ਹੈ, ਜੇ ਅੰਮ੍ਰਿਤਧਾਰੀ ਹੈ ਤਾਂ ਅਜਿਹਾ ਪਾਪ ਕਿਉਂ ਖੱਟਣ ਲੱਗਿਆ ਹੈ। ਜਤਿੰਦਰ ਸਿੰਘ ਨੇ ਉਸ ਗੁਰਸਿੱਖ ਨੂੰ ਸਾਰੀ ਗੱਲ ਦੱਸੀ ਕਿ ਕਿਵੇਂ ਉਸ ਦੀ ਬੇਇੱਜ਼ਤੀ ਕੀਤੀ ਅਤੇ ਦਾੜੀ ਦੀ ਬੇਅਦਬੀ ਕੀਤੀ ਹੈ। ਉਸ ਗੁਰਸਿੱਖ ਨੇ ਜਤਿੰਦਰ ਸਿੰਘ ਨੂੰ ਸਮਝਾਇਆ ਕਿ ਆਪਣੀ ਜ਼ਿੰਦਗੀ ਖਤਮ ਕਰ ਲੈਣੀ ਕਿਸੇ ਗੱਲ ਦੀ ਵੀ ਹੱਲ ਨਹੀਂ ਹੈ। ਜੇਕਰ ਤੁਹਾਡੇ ਵਿੱਚ ਸਮਰੱਥਾ ਨਹੀਂ ਹੈ, ਉਹ ਪੂਰਨ ਸਮਰੱਥਾ ਵਾਲਾ ਵਾਹਿਗੁਰੂ ਸਭ ਕੁਝ ਵੇਖ ਰਿਹਾ ਹੈ। ਉਹ ਪਰਮਾਤਮਾ ਹੀ ਹੁਣ ਇਨਸਾਫ ਕਰੇਗਾ। ਉਸ ਗੁਰਸਿੱਖ ਨੇ ਜਤਿੰਦਰ ਸਿੰਘ ਨੂੰ ਕਿਸੇ ਦਾ ਨੰਬਰ ਦਿੱਤਾ ਅਤੇ ਉਸਨੇ ਕਿਸੇ ਹੋਰ ਫੈਕਟਰੀ ਦੇ ਵਿੱਚ ਉਸ ਨੂੰ ਕੰਮ ਲਗਾ ਦਿੱਤਾ ਵਧੀਆ ਪੈਸਿਆਂ 'ਤੇ, ਜਿੱਥੇ ਦੇ ਮਾਲਕ ਵੀ ਗੁਰਸਿੱਖ ਸਨ। ਜਤਿੰਦਰ ਸਿੰਘ ਉੱਥੇ ਕੰਮ ਕਰਨ ਲੱਗਿਆ ਅਤੇ ਮਾਲਕਾਂ ਨੂੰ ਉਸ ਦਾ ਕੰਮ ਵਧੀਆ ਲੱਗਾ, ਜਿਸ ਕਾਰਨ ਮਾਲਕਾਂ ਨੇ ਉਸ ਦਾ ਅਹੁਦਾ ਅਤੇ ਤਨਖਾਹ ਹੋਰ ਵੀ ਵਧਾ ਦਿੱਤੀ। ਉੱਧਰ ਦੂਜੀ ਫੈਕਟਰੀ ਦਾ ਮਾਲਕ ਸੁਮਿਤ ਇਨਕਮ ਟੈਕਸਾਂ ਦੇ ਹੇਠ ਫਸ ਗਿਆ। ਉਸ ਦੀ ਫੈਕਟਰੀ ਤਾਂ ਪਹਿਲਾਂ ਹੀ ਘਾਟੇ ਦੇ ਵਿੱਚ ਚੱਲ ਰਹੀ ਸੀ। ਟੈਕਸ ਦੇ ਚੱਕਰਾਂ ਦੇ ਵਿੱਚ ਉਸ ਦੀ ਫੈਕਟਰੀ ਨੂੰ ਤਾਲਾ ਹੀ ਲੱਗ ਗਿਆ। ਦੱਸਿਆ ਜਾਂਦਾ ਹੈ ਕਿ ਉਸ ਸੁਮਿਤ ਦੀ ਹਰ ਜਗ੍ਹਾ ਬੇਇੱਜ਼ਤੀ ਹੋਣੀ ਸ਼ੁਰੂ ਹੋ ਗਈ ਅਤੇ ਉਸਨੇ ਫੈਕਟਰੀ ਬੰਦ ਕਰਨ ਦਾ ਫੈਸਲਾ ਕਰ ਲਿਆ। ਹੁਣ ਇੱਥੇ ਉਸ ਪਰਮਾਤਮਾ ਦਾ ਚਮਤਕਾਰ ਵੇਖੋ ਕਿ ਸੁਮਿਤ ਦੀ ਉਸ ਫੈਕਟਰੀ ਉਸ ਅੰਮ੍ਰਿਤਧਾਰੀ ਮਾਲਕਾਂ ਨੇ ਖਰੀਦ ਲਈ ਜਿੱਥੇ ਜਤਿੰਦਰ ਕੰਮ ਕਰ ਰਿਹਾ ਹੈ। ਜਦੋਂ ਸੁਮਿਤ ਦੇ ਨਾਲ ਉਸ ਮਾਲਕਾਂ ਨੇ ਡੀਲ ਕੀਤੀ ਤਾਂ ਜਤਿੰਦਰ ਸਿੰਘ ਵੀ ਉੱਥੇ ਸੋਹਣੇ ਸੂਟ ਬੂਟ ਅਤੇ ਕੱਪੜੇ ਪਾ ਕੇ ਖਲੋਤਾ ਸੀ ਅਤੇ ਆਪਣੀ ਫੈਕਟਰੀ ਵੇਚਣ ਦੇ ਲਈ ਸੁਮਿਤ ਉਹਨਾਂ ਦੇ ਸਾਹਮਣੇ ਹੱਥ ਪੈਰ ਜੋੜ ਰਿਹਾ ਸੀ। ਉਸ ਦਿਨ ਸੁਮਿਤ ਨੇ ਜਤਿੰਦਰ ਨੂੰ ਕਿਹਾ ਕਿ ਤੇਰੇ ਕਰਕੇ ਮੇਰੀ ਫੈਕਟਰੀ ਵਿਕ ਗਈ ਹੈ, ਇਸ ਦੇ ਨਾਲ ਤਾਂ ਮੇਰਾ ਘਰ ਵੀ ਵਿਕ ਗਿਆ ਹੈ। ਮੇਰੇ ਘਰ ਵਾਲੀ ਮੈਨੂੰ ਛੱਡ ਕੇ ਚਲੀ ਗਈ। ਮੈਂ ਗਲਤੀ ਕਰ ਲਈ ਹੈ ਤੇਰੇ ਦਾੜੇ ਨੂੰ ਹੱਥ ਪਾ ਕੇ।
ਤੇਰੀ ਦਾੜੀ ਪੱਟਣ ਨਾਲ ਤੇਰਾ ਸਿਰਫ ਇੱਕ ਵਾਲ ਹੀ ਲਿੱਥਾ ਤੇ ਉਹ ਮੇਰੇ ਹੱਥ ਦੇ ਵਿੱਚ ਆ ਗਿਆ, ਪਰ ਮੇਰੀ ਤਾਂ ਅਰਬਾਂ ਦੀ ਜਾਇਦਾਦ ਹੀ ਜੜੋਂ ਪੁੱਟੀ ਗਈ। ਸੋ ਹੁਣ ਇੱਕ ਸਵਾਲ ਤੁਹਾਡੇ ਸਾਰਿਆਂ ਦੇ ਲਈ ਹੈ ਕਿ ਗਰੀਬ ਨੂੰ ਗਾਲਾਂ ਕੱਢਣੀਆਂ ਅਤੇ ਬੇਇੱਜ਼ਤ ਕਰਨਾ ਕਿੱਥੇ ਕੁ ਤੱਕ ਸਹੀ ਹੈ। ਕਿਸੇ ਦੀ ਪੱਗ ਦਾੜੀ ਨੂੰ ਹੱਥ ਪਾਉਣ ਵਾਲਿਆਂ 'ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਪਰੇਸ਼ਾਨੀ ਦੇ ਵਿੱਚ ਆ ਕੇ ਖੁਦਕੁਸ਼ੀ ਕਰਨ ਦਾ ਕਦਮ ਕਿੱਥੇ ਕੁ ਤੱਕ ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।